सेवक जो हार पाए तिनकी कथा नराई रे आवे न जहन कबहू मरते अगन अगर पार सोए जो जो कहत मुक्ता होए सुन मीता नानक बिन बनता भाग जना की धन 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 जाने आया जिस पर सा सब जगत तराया जन आवन का यह सो आओ जन के संग चित आए नामो आप मुक्त मुक्त करे संसार नानक जिस जन को सदा नमस्कार वाहिगुरु परम सत्कारयोग गुरु प्यार गुरु दरबार दे अंदर शिशोत हुई गुरु प्यारी साध संगत जियो ख्याल बाहर जान तो रोकण दा यतन करिए चित विरतियां नूं इकागर करिए रसना दी पवित्रता दे वास्ते सारे ही उचारण करिए जी सतनाम श्री पातशाह जी दी रहमत वरस रही है समूह नगरी पैंतपुरी सरबत संगत हर साल ही परम पूजा सत्कारयोग बीजी दी याद सानू ताज़ा हुंदी है। किरपा है पहला तो इत्थे इकल्ला ही परिवार
ਇਜਾਦ ਮਨਾਉਂਦਾ ਸੀ। ਅਖੰਡ ਪਾਠ ਹੁੰਦੇ, ਘਰ 'ਚ ਸਤਸੰਗ ਹੁੰਦੇ। ਸਿਲੈਕਟਡ ਪਰਸਨ ਜੋ ਸੱਦੇ ਪੱਤਰ 'ਤੇ ਜਾਂਦੇ, ਪਰ ਹੁਣ ਖੁੱਲ੍ਹੀ ਖੇਡ ਵਰਤੀ ਹੈ। ਸਾਰੇ ਨਗਰ ਨੇ ਉਪਰਾਲਾ ਕੀਤਾ ਕਿ ਉਹਨਾਂ ਦੀ ਯਾਦ ਹਰ ਸਾਲ ਇੱਥੇ ਮਨਾਈ ਜਾਂਦੀ ਹੈ। ਸਤਿਗੁਰਾਂ ਦੇ ਓਟ ਆਸਰੇ ਲਏ ਜਾਂਦੇ ਹਨ, ਅਖੰਡ ਪਾਠ ਹੁੰਦੇ ਹਨ। ਸੰਗਤਾਂ ਪਿਆਰ ਵਾਲੀਆਂ, ਕਿਉਂਕਿ ਜਿਹੜੇ 5 ਦਿਨ ਦੇ ਸਤਸੰਗ ਹਨ ਪਹਿਲੇ ਦਿਨ ਤੋਂ ਹੀ ਪਹੁੰਚਦੀਆਂ ਹਨ। ਆਪਾਂ ਮਹਾਨ ਸ਼ਹੀਦਾਂ ਨੂੰ ਨਮਸਕਾਰ ਕੀਤੀ, ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਅੱਜ ਦਾ ਇਹ ਸਤਸੰਗ ਪਰਮ ਪੂਜਾ ਸਤਿਕਾਰਯੋਗ ਬੀਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ। ਸੁਣ ਰਹੇ ਸੀ, ਜਨਮ ਮਰਨ ਦੋਹੂੰ ਮੈਂ ਨਾਹੀਂ। ਜਦੋਂ ਜਨਮ ਹੀ ਨਹੀਂ ਫਿਰ ਮਰਨ ਵੀ ਨਹੀਂ ਹੈ, ਫਿਰ ਇਹ ਦਿਨ ਕਿਉਂ ਮਨਾਏ ਜਾਂਦੇ ਹਨ? ਕਿਉਂਕਿ ਅਸੀਂ ਰਿਣੀ ਹਾਂ। ਉਹਨਾਂ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ। ਇਸ ਕਰਕੇ ਹੁਣ ਨਾਮ ਨਾਲ ਜੁੜਨਾ, ਨਾਮ ਦੀ ਤਾਂ ਕੋਈ ਕੀਮਤ ਹੀ ਨਹੀਂ। ਉਹਨਾਂ ਨੇ ਅਸੀਸਾਂ ਬਖਸ਼ਿਸ਼ ਕੀਤੀਆਂ, ਬਹੁਤ ਐਸੀ ਕਮਾਈ ਵਾਲੀ ਬਖਸ਼ੀ ਰੂਹ ਦਾ ਪ੍ਰਕਾਸ਼। ਦੌਦਪੁਰ ਦੀ ਧਰਤੀ ਤੇ ਮਹਾਨ ਤਪਸਵੀ ਸ਼੍ਰੀਮਾਨ ਸੰਤ ਬਾਬਾ ਹੀਰਾ ਸਿੰਘ ਜੀ ਦੇ ਘਰ ਗ੍ਰਹਿ ਅੰਦਰ ਹੋਇਆ। ਮਾਤਾ ਜੀ ਵੀ ਬਹੁਤ ਹੀ ਕਮਾਈ ਦੇ ਮਾਲਕ ਸਨ, ਜਿਨ੍ਹਾਂ ਦਾ ਪਵਿੱਤਰ ਨਾਮ ਮਾਤਾ ਹਰਨਾਮ ਕੌਰ ਸੀ। ਜਿਵੇਂ ਹੁਣ ਮਾਘ ਮਹੀਨਾ ਹੈ, ਯਾਤਰਾ ਤੇ ਜਾਂਦੇ ਸਨ, ਤੀਰਥ ਇਸ਼ਨਾਨ ਕਰਦੇ ਸਨ। ਹਜ਼ੂਰ ਸਾਹਿਬ ਦੀ ਜਿਹੜੀ ਅੰਤਮ ਸਰੀਰਕ ਯਾਤਰਾ ਉਹਨਾਂ ਨੇ ਕੀਤੀ, ਪੈਦਲ ਹੀ ਕੀਤੀ ਸੀ। ਜਦੋਂ ਘਰ ਆਏ, ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ਾ ਜਿਵੇਂ ਅੰਦਰੋਂ ਬੰਦ ਤਾਂ ਕੀਤਾ ਨਹੀਂ, ਓੜ ਲਿਆ ਤੇ ਕਿਹਾ ਕਿ ਹੁਣ ਤੁਹਾਡਾ ਤੇ ਮੇਰਾ ਸੰਬੰਧ ਖਤਮ ਹੈ। ਇਸ਼ਨਾਨ ਕੀਤਾ, ਕਮਰ ਕੱਸਾ ਖੋਲਿਆ, ਅੰਦਰ ਸਮਾਧੀ ਸਥਿਤ ਹੋ ਕੇ ਮਹਾ ਸਮਾਧੀ ਦੇ ਵਿੱਚ ਜਾ ਕੇ ਸਰੀਰ ਛੱਡ ਦਿੱਤਾ। ਕਿੰਨੀ ਕਮਾਈ ਸੀ। ਮਰਜ਼ੀ ਦੇ ਨਾਲ ਗੁਰਮੁਖ ਆਵੇ ਜਾਏ ਨਿਸੰਗ, ਐਸੀ ਅਵਸਥਾ ਦੇ ਮਾਲਕ। ਤੇ ਪਿਤਾ ਜੀ, ਮਾਤਾ ਜੀ ਦੇ ਪਿਤਾ ਜੀ, ਉਹ ਵੀ ਕਿੱਡੇ ਵੱਡੇ ਸੰਤ, ਤੇ ਜੋ ਉਹਨਾਂ ਦੇ ਕੰਤ ਮਹਾਂਪੁਰਸ਼, ਜਿਨ੍ਹਾਂ ਨੇ ਇਹ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਰਤਵਾੜਾ ਸਾਹਿਬ ਕਾਇਮ ਕੀਤਾ। ਕਿੰਨੀ ਕਮਾਈ ਦੇ ਮਾਲਕ ਸਨ। ਕਿਉਂਕਿ ਭਾਈ ਸਾਹਿਬ ਰਣਧੀਰ ਸਿੰਘ ਤਾਂ ਕੱਟੜ ਸੀ, ਹਰ ਗੱਲ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਹੀ ਲਿਖਦੇ ਸਨ। ਪੜ੍ਹ ਲਿਓ ਜਿਹੜੀ ਉਹਨਾਂ ਦੀ ਪੁਸਤਕ ਹੈ, ਰੰਗਲੇ ਸੱਜਣ। ਐਸੇ ਉਹ ਰੰਗਲੇ ਸੱਜਣਾਂ ਨੂੰ ਉਹਨਾਂ ਨੇ ਸੰਤ ਭਾਈ ਹੀਰਾ ਸਿੰਘ ਜੀ ਦੌਦਪੁਰੀਏ ਦੇ ਸਿਰਲੇਖ ਹੇਠ ਲੇਖ ਲਿਖਿਆ ਹੈ। ਕਿੰਨੀ ਕਮਾਈ ਉਹਨਾਂ ਦੀ। ਅੰਮ੍ਰਿਤ ਛਕਾਉਂਦੇ ਹੀ ਸਮਾਧੀਆਂ ਲਵਾ ਦਿੰਦੇ। ਉਹਨਾਂ ਦਿਨਾਂ 'ਚ ਅੱਜ ਵਾਂਗੂ ਸਾਧਨ ਨਹੀਂ ਸਨ। ਹੁਣ ਕਰਤਾਰ ਸਿੰਘ ਜੀ ਫੱਲੇਵਾਲ ਲੁਧਿਆਣੇ ਦੇ ਨੇੜੇ ਨਗਰ ਹੈ, ਉੱਥੋਂ ਦਾ 10ਵੀਂ ਦਾ ਵਿਦਿਆਰਥੀ ਸੀ। ਖਾਲਸਾ ਸਕੂਲ ਜਦੋਂ ਬੱਚਾ 10ਵੀਂ ਕਰਕੇ ਜਾਂਦਾ, ਅੰਮ੍ਰਿਤ ਛਕਾਉਂਦੇ ਸਨ ਕਿ ਹੁਣ ਇਹ ਜਵਾਨੀ 'ਚ ਪੈਰ ਧਰਨਾ ਹੈ, ਗੁਰੂ ਵਾਲਾ ਬਣੇ, ਮਾੜੀਆਂ ਵਹਿਬਤਾਂ ਆਦਤਾਂ ਤੋਂ ਬਚ ਜਾਵੇ। ਇਸ ਤਰ੍ਹਾਂ ਦੇ ਨਾਲ ਹੁੰਦਾ ਸੀ। ਅੱਜ ਅੰਮ੍ਰਿਤ ਛਕਾਉਣ ਵਾਸਤੇ ਜਦੋਂ ਸੋਧ ਸੁਧਾਈ ਦੀ ਅਰਦਾਸ ਕਰਨੀ ਸੀ, 4 ਹੋਏ ਸਨ, ਅਜੇ 5ਵੇਂ ਨੇ ਆਉਣਾ ਸੀ। ਭਾਈ ਸਾਹਿਬ ਰਣਧੀਰ ਸਿੰਘ ਜੀ ਕਹਿੰਦੇ
ਅਸੀਂ ਅੰਤਰਾਤਮੇ ਤਾਰ ਦੇ ਦਿੱਤੀ ਹੈ ਤੇ ਉਹ ਆਉਣ ਹੀ ਵਾਲੇ ਨੇ। ਅਰਦਾਸ ਸ਼ੁਰੂ ਕਰੋ। ਅਰਦਾਸ ਜਦੋਂ ਹੋੜ ਸ਼ੁਰੂ ਹੋਈ ਉਸੇ ਸਮੇਂ ਪਿੱਛੇ ਸੰਤ ਬਾਬਾ ਹੀਰਾ ਸਿੰਘ ਜੀ ਅਰਦਾਸ ਵਿੱਚ ਹਾਜ਼ਰ ਹਨ। ਅੰਮ੍ਰਿਤ ਛਕਾਉਣ ਲੱਗੇ ਉਸ ਵਿਦਿਆਰਥੀ ਨੂੰ ਇੰਨੇ ਜਲਾਲ 'ਚ ਆ ਕੇ ਛੱਟਾ ਮਾਰਿਆ, ਸਮਾਧੀ ਲੱਗ ਗਈ। 48 ਘੰਟੇ ਅਖੰਡ ਪਾਠ ਨੂੰ ਲੱਗੇ, ਫਿਰ 8 ਘੰਟੇ ਭਾਈ ਸਾਹਿਬ ਨੇ ਕੀਰਤਨ ਕੀਤਾ ਤੇ ਉਸ ਸਮੇਂ ਕਿਹਾ ਬਾਬਾ ਜੀ ਨੇ ਕਿ ਹੁਣ ਲਾਵਾਂ ਦਾ ਪਾਠ ਕਰੋ। ਆਪਾਂ ਤਾਂ ਲਾਵਾਂ ਵਿਆਹ ਵਾਸਤੇ ਵਰਤਦੇ ਹਾਂ, ਆਨੰਦ ਕਾਰਜ ਹੁੰਦਾ ਹੈ, ਪਰ ਉਹ ਇੱਕ ਸੰਜੋਗ ਰੂਹ ਦਾ, ਟੁੱਟੀ ਹੋਈ ਰੂਹ ਨੂੰ ਕਿਵੇਂ ਫਿਰ ਉਹਨਾਂ ਨੇ ਜਦੋਂ ਕੀਰਤਨ ਲਾਵਾਂ ਦਾ ਕੀਤਾ ਉਸ ਰੂਹ ਦਾ ਸੰਜੋਗ ਬਣਾ ਦਿੱਤਾ। ਐਸੀਆਂ ਕਰਨੀਆਂ ਕਮਾਈਆਂ ਦੇ ਮਾਲਕ ਜਿਹੜੇ ਇਹ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ, ਦਿਨ ਮਨਾਉਂਦੇ ਹਾਂ, ਐਸੇ ਹੁੰਦੇ ਹਨ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ ਦੇ, ਸਾਧੂ ਰੱਬ ਨਾਲ ਜੋੜ ਦੇ,
जी दे माता जी भी पिता जी भी करनी कमाई दे मालक सन। हुण पूर्वले जन्म दे संजोग माता मिलते हैं, पिता मिलते हैं, क्योंकि जोर ना जीवन मरण ना जोर। साडा इस ते कोई जोर नहीं है कि कित्थे असी जन्म लेना है, कित्थे साडा मरण होना है। ये दोवां ते साडा जोर नहीं है। पर महापुरुष जन्म मरण दोहू में नहीं। हुण उन्हां नूं भेजिया जांदा है, ऐसे घर विच भेजिया जिथे माहौल ही ऐसा सी। ते 8 अगस्त 1918 तो 8 साल पहले इस दिन दी 10 संत बाबा हीरा सिंह बीजी दे पिता ने पा दिती सी। किथे? जिथे शरीर संजोग सन, उथे तमोट दी धरती ते जाके पाठ कीता, सहज पाठ दे भोग पाए। उपरंत परिवार वाला, वो भी परिवार गुरसिੱਖੀ घराना सी। जथेदार करतार सिंह जी उन्होंने दे पिता जी बाबा दयाल सिंह जी सिੱਖੀ सन। विरासत विच ही ऐसी घर विच सी। उथे जथेदार जी नूं बचन करन लगे कि तुहाडे 8 साल बाद 17 जून नूं बख्शी रूह ने आना है, शरीरक जन्म होना है। साडे दौदपुर बख्शी रूह बच्ची दे रूप शरीर विच आउणी है। ते आ लो उन्हां दा रिश्ता दा जिवें हुंदा शगन मंजूर करो। रिश्ता तय कर दिता गया। अगम निगम दी सोझी सी कि आउण वाला समा किहो जिहा आउणा है। इस तरह दे नाल संजोग विजोग धुरों ही हुआ। बीजी हुण क्योंकि महापुरुषां दे जीवन साथी, असी उन्होंने सत्कार नाल सारी संगत ही बीजी दे नाम नाल संबोधन करदी सी। माता तां कहण नहीं सी देंदे। जे किसी ने माता जी कह देना, चलो परे माता इत्थे, क्योंकि इस इलाके दे विच तुसीं जाणदे हो, आ 2 किट्टां रख देणियां, वो थान बना देना, वो थान नूं कहना कि माता दा थान है। हुंदा ही सी। मत्थे फिर उत्थे टेकदे सन। ये तो उन्होंने सानू वर्जित किया। इन्हां दा ये सुभाव बहुत बारों सख्त सी। ताड़ना करदे सी। महापुरुषां नूं कोई किसी दी मजाल नहीं सी कि कोई गल आख सके। जे आखनी भी तो बीजी दे राही बेनती की जानी। महापुरुषां दे नाल पूरा पूरा साथ निभाया। क्योंकि धन फिर ये ना आखियन बहन। हुण जिहड़े धन ते फिर पति ते पत्नी जे इकट्ठे बैठे ने, कह देंदे आ कि पति है पत्नी है, पर जदों अंदर सुरत जुड़ी है, रूह का संजोग हो चुकिया है, शरीरक संजोग का अलग बात है। उथे एक जोत दोए मूर्ति धन फिर कईए सोए। जोड़ियां जग थोड़ियां बहुत घट हन। ऐसी सुभाग जोड़ी
ਜਨਮਾਂ ਜਨਮਾਂ ਤੋਂ ਹੀ ਸਾਥ ਚੱਲਿਆ ਆਉਂਦਾ ਸੀ। ਆ ਤੁਹਾਡੇ ਜਿਹੜੇ ਸਾਹਮਣੇ ਪਹਾੜ ਹਨ, ਇੱਥੋਂ ਆਪਾਂ ਲੰਘਦੇ ਹਾਂ ਹਰੀਪੁਰ ਜਾਂਦੇ ਹਾਂ, ਰਸਤੇ 'ਚ ਬਰੋਟੀ ਵਾਲਾ ਨਗਰ, ਇੱਕ ਵਾਰੀ ਮਹਾਂਪੁਰਸ਼ ਸਾਨੂੰ ਉੱਥੇ ਲੈ ਕੇ ਗਏ। ਆਪਣਾ ਪੂਰਬਲਾ ਤਪ ਅਸਥਾਨ ਦੱਸਿਆ ਕਿ ਇੱਥੇ ਸੀ, ਖੂਹ ਹੈ, ਧੂਣੀ ਲੱਗੀ ਹੋਈ ਹੈ, ਤੇ ਉੱਥੇ ਆਪ ਜੀ ਨੇ ਤਪ ਕੀਤਾ। ਬੀਜੀ ਇਹਨਾਂ ਨੇ ਵੀ ਤਪ ਦਾ ਜੀਵਨ, ਸੇਵਾ ਦਾ ਜੀਵਨ ਪੂਰੀ ਤਰ੍ਹਾਂ ਦੇ ਨਾਲ ਧਾਰਨ ਕੀਤਾ ਹੋਇਆ ਸੀ, ਸੇਵਾ ਕਰਦੇ ਸਨ। ਉੱਥੇ ਫਿਰ ਕੌਲ ਕਰਾਰ ਹੋਏ ਕਿ ਜੋ ਅਗਲਾ ਜਨਮ ਹੈ ਉਹ ਗ੍ਰਸਤ ਦਾ ਹੋਵੇਗਾ। ਉਸ ਸਮੇਂ ਉਦਾਸੀ ਸਾਧੂ ਸਨ। ਇੱਥੇ ਮੁਗਲ ਮਾਜਰੀ ਬਾਬਾ ਬਲਦੇਵ ਦਾਸ ਜੀ ਹੁੰਦੇ ਸਨ। ਇੱਕ ਵਾਰੀ ਸਤਸੰਗ ਦੀਵਾਨ 'ਚ ਆਏ, ਉਹਨਾਂ ਮਹਾਂਪੁਰਸ਼ਾਂ ਨੇ ਇਹ ਖੋਲ ਕੇ ਗੱਲ ਸਤਸੰਗ ਦੇ ਵਿੱਚ ਕੀਤੀ ਸੀ ਕਿ ਤੁਹਾਡੀ ਸੰਪਰਦਾਇ ਤੇ ਸਾਡੀ ਸੰਪਰਦਾਇ ਇੱਕ ਹੀ ਹੈ, ਤੁਸੀਂ ਸਾਡੇ ਵਿੱਚੋਂ ਹੀ ਆਏ ਹੋ। ਕਿਉਂਕਿ ਰਾੜਾ ਸਾਹਿਬ ਦੀ ਸੰਪਰਦਾਇ ਵਿੱਚੋਂ ਮਹਾਂਪੁਰਸ਼ ਇਸ ਜਨਮ ਦੇ ਵਿੱਚ ਵਿਚਰਦੇ ਸਨ, ਤੇ ਉਹ ਕਹਿੰਦੇ ਸਾਡੀ ਸੰਪਰਦਾ ਉਦਾਸੀਨ ਹੈ, ਧੂਣਾ ਸੀ। ਸਾਰਾ ਦੱਸਿਆ ਉਹਨਾਂ ਨੇ ਵੀ ਕਿ ਇਸ ਤਰ੍ਹਾਂ ਦੇ ਨਾਲ ਇਹ ਪਿਛਲਾ ਸਰੀਰਕ ਜਨਮ ਹੋਇਆ ਸੀ। ਸੋ ਇਸ ਤਰ੍ਹਾਂ ਦੇ ਨਾਲ ਇੱਕ ਹੋਰ ਸੰਜੋਗ ਹੁੰਦਾ ਹੈ, ਕਿਉਂਕਿ ਪਹਿਲਾ ਜਿਹੜਾ ਹੈ ਅੰਮ੍ਰਿਤ ਸੰਸਕਾਰ, ਜਨਮ ਸੰਸਕਾਰ ਹੁੰਦਾ ਹੈ ਪਹਿਲਾ, ਉਸ ਤੋਂ ਬਾਅਦ ਅੰਮ੍ਰਿਤ ਸੰਸਕਾਰ। ਸਿਆਣੀਆਂ ਮਾਵਾਂ ਹੁਣ ਉਸੇ ਸਮੇਂ ਗੁੜਤੀ ਦੇ ਵਿੱਚ ਹੀ ਇਹ ਸੰਸਕਾਰ ਦਿੰਦੀਆਂ ਹਨ। ਜਪਜੀ ਸਾਹਿਬ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਕਿਰਪਾਨ ਨਾਲ ਡ੍ਰੌਪ ਤੁਪ ਕੇ ਬੱਚੇ ਦੇ ਮੂੰਹ ਵਿੱਚ ਪਾਏ ਜਾਂਦੇ ਹਨ, ਕਿਉਂਕਿ ਮਾਇਆ ਪੈਂਦੀ ਹੈ। ਸਿਆਣੀਆਂ ਮਾਤਾਵਾਂ ਸ਼ੁਰੂ ਤੋਂ ਹੀ ਆਪ ਨਾਮ ਜਪਦੀਆਂ ਹਨ ਤੇ ਬੱਚੇ ਨੂੰ ਵੀ ਐਸੀ ਗੁੜਤੀ ਦਿੰਦੀਆਂ ਹਨ। ਉਸ ਤੋਂ ਬਾਅਦ ਫਿਰ ਅੰਮ੍ਰਿਤ ਸੰਸਕਾਰ ਜਦੋਂ ਸਿਆਣਾ ਹੋ ਜਾਂਦਾ ਹੈ, ਅੰਮ੍ਰਿਤ ਛਕਿਆ ਜਾਂਦਾ। ਮਹਾਂਪੁਰਸ਼ਾਂ ਨੇ 3.5 ਸਾਲ ਦੀ ਉਮਰ ਦੇ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ। ਇਸੇ ਤਰ੍ਹਾਂ ਇੱਧਰ ਬੀਜੀ ਨੇ ਵੀ ਹੁਣ ਐਸਾ ਸਮਾਂ ਸੀ ਕਿ ਦੋਵੇਂ ਜਨਮ ਸੰਸਕਾਰ ਤੋਂ ਬਾਅਦ, ਅੰਮ੍ਰਿਤ ਸੰਸਕਾਰ ਤੋਂ ਬਾਅਦ ਜਦੋਂ ਵਿਆਹ ਆਨੰਦ ਕਾਰਜ ਸੰਸਕਾਰ 13 ਸਾਲ ਦੀ ਉਮਰ ਦੇ ਵਿੱਚ, ਤਾਂ ਸਾਡਾ ਕਹਿੰਦੇ ਮਕਲਾਵਾ ਆਇਆ ਸੀ। ਅਜੇ ਕਹਿੰਦੇ ਸੀ ਤੀਜੀ ਪੜ੍ਹਦੇ ਸੀ, ਜਿਵੇਂ ਮੰਗਣਾ ਕਰਦੇ ਹਨ, ਠਾਕਾ ਕਰਦੇ ਹਨ। ਭਾਈ ਸਾਹਿਬ ਆਪ ਗਏ ਬਾਬਾ ਹੀਰਾ ਸਿੰਘ ਜੀ ਨਾਲ, ਕਹਿੰਦੇ ਅਸੀਂ ਚੌਥੀ ਜਮਾਤ 'ਚ ਪੜ੍ਹਦੇ ਸੀ। ਬੜਾ ਪਿਆਰ ਕੀਤਾ, ਉਸ ਸਮੇਂ ਰਿਸ਼ਤਾ ਕਰ ਦਿੱਤਾ। ਫਿਰ 5 ਸਾਲ ਮਹਾਂਪੁਰਸ਼ ਤਾਂ ਇਹਨਾਂ ਗੱਲਾਂ ਦੀ ਪਰਵਾਹ ਹੀ ਨਹੀਂ ਸੀ, ਵਿਚਰਦੇ ਰਹਿੰਦੇ ਸਨ, ਜਗ੍ਹਾ ਜਗ੍ਹਾ ਤੇ ਭਰਮਣ ਕਰਦੇ ਸਨ। ਸਮੇਂ ਵੀ ਚੰਗੇ ਸਨ, ਮਾਤਾ ਪਿਤਾ ਵੀ ਰੋਕਦੇ ਨਹੀਂ ਸਨ, ਗੁਰਸਿੱਖੀ ਵਾਲਾ ਘਰਾਣਾ ਸੀ। ਬੀਜੀ ਵੀ ਜੀਵਨ ਸਾਥੀ ਐਸੇ ਸਨ ਜੋ ਰੁਕਾਵਟ ਨਹੀਂ ਬਣੇ। 18 ਸਾਲ ਤੱਕ ਮਹਾਂਪੁਰਸ਼ ਦੱਸਦੇ ਕਿ ਅਸੀਂ ਜਗ੍ਹਾ ਜਗ੍ਹਾ ਤੇ ਭਰਮਣ ਕੀਤਾ, ਤਪ ਵੀ ਇੰਨਾ ਕੀਤਾ ਕਿ ਜਵਾਹਰ ਕੀ ਮਾਨਸਾ ਕੋਲ ਝਿੜੀ ਸੀ, ਉਹਦੇ ਵਿੱਚ ਸਾਧਨਾ ਕੀਤੀ। ਉੱਥੇ ਬਾਬਾ ਸ਼ੇਰ ਸਿੰਘ ਜੀ ਹੁੰਦੇ ਸਨ, ਸ਼ਮਸ਼ੇਰ ਸਿੰਘ ਜੀ, ਉੱਥੇ ਵੀ ਸਾਨੂੰ ਮਹਾਂਪੁਰਸ਼ਾਂ ਨੇ ਦਰਸ਼ਨ ਕਰਵਾਏ, ਉਸ ਅਸਥਾਨ ਤੇ ਲੈ ਕੇ ਗਏ ਸਨ। ਬਹੁਤ ਕਮਾਈ ਕੀਤੀ, ਦੇਸ਼ ਕਾਲ ਵਸਤੂ ਤੋਂ ਉੱਪਰ ਉੱਠ ਕੇ ਉੱਥੇ ਸਾਧਨਾ ਕਰਦੇ ਸਨ, ਕਿਉਂਕਿ ਸਾਧਨਾ ਵਾਸਤੇ
एकांत स्थान की लोड़ पैंदी है, जिथे बाहरों कोई किसी तरह की भी विक्षेपता पैदा ना होवे, डिस्टरबेंस ना होवे, पिन ड्रॉप साइलेंस, साह तक की आवाज़ ना आवे। फिर अंदरली आवाज़ सुनाई देंदी है, दिलां का मालक करे हाक। ध्यान च बैठे सन। ध्यान केड़ा सी? अकाल मूर्त है साध संतन की, ठाहर नीकी ध्यान को, क्योंकि ध्यान साडा टिकदा नहीं। ध्यान बार बार बाहर नूं ही जांदा है, विक्षेपता पैदा हुंदी है, सुरती जिधरों आवाज़ आऊ उधर नूं जाऊ। इस करके सरगुण दा ध्यान हुंदा है। शुरुआत किसी नूं प्रतीक मन्निया जाता है। ये ध्यान ठहराउण दा एक साधन है। पवित्र वो शरीर, क्योंकि आप अरदास भी करते हैं कि सही प्यारे मेल जिन्हां दे मिलिया तेरा नाम चित आवे। हुण आउंदा किवें है? जे किसी दे नाल प्यार हो, दिल दी सांझ हो, किसी तो जीवन दान मिलिया हो, जी दान दे भगती लायन, हर स्यों लैण मलाए, वो ऐसा ध्यान है, प्रतीक ध्यान जिहदे नाल सफलो मूर्त परस्यो संतन की। यह ध्याना धरना, ऐसे स्वरूप दे ध्यान आ जान, किन्नी ही शांति आउंदी है, किन्ना नाम चित आउंदा है। नाम चित आउंदा है, साधु दे दर्शन करके नाम चित आंदा है। नाम चित आंदा है, साधु दे दर्शन करके नाम चित आंदा है, साधु दे दर्शन करके। दर्शन इधर तमोट
ਨੇੜੇ ਰਾੜਾ ਸਾਹਿਬ, ਉਸ ਨਗਰੀ ਦੇ ਵਿੱਚ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ ਸਤਸੰਗ ਹੋ ਰਹੇ ਹਨ ਤੇ ਉਧਰ ਜਵਾਹਰ ਕੀ ਮਾਨਸਾ ਮਾਲਵੇ ਦੇ ਵਿੱਚ ਉਸ ਝਿੜੀ ਦੇ ਅੰਦਰ ਇਹ ਮਹਾਂਪੁਰਸ਼ ਸਮਾਧੀ ਲਾਈ ਬੈਠੇ ਹਨ। ਜਦੋਂ ਬੀਜੀ ਨੇ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ, ਕਰ ਡੰਡੋਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹੁਣ ਜਿਹੜਾ ਉਹ ਬਹੁਤ ਵੱਡਾ ਇਹ ਪੁੰਨ ਹੈ ਪ੍ਰਾਪਤ ਹੋਇਆ। ਮਹਾਂਪੁਰਸ਼ਾਂ ਨੇ ਪੁੱਛਿਆ ਇਹਨਾਂ ਦਾ ਨਾਮ ਲੈ ਕੇ ਕਿ ਉਹ ਕਿੱਥੇ ਹਨ। ਹੁਣ ਇਹ ਤਾਂ ਬੈਠੇ ਨੇ ਸਮਾਧੀ ਲਾਈ ਕਿੱਡੀ ਦੂਰ, ਇਧਰ ਧਮੋਟ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਇਹਨਾਂ ਬਾਰੇ ਪੁੱਛ ਰਹੇ ਹਨ। ਬੀਜੀ ਨੇ ਬੇਨਤੀ ਕੀਤੀ ਕਿ ਉਹ ਤਾਂ ਚਲੇ ਜਾਂਦੇ ਹਨ, ਕਿੰਨਾ ਸਮਾਂ ਬਾਹਰ ਹੀ ਰਹਿੰਦੇ ਹਨ, ਘਰ ਬਹੁਤ ਹੀ ਘੱਟ ਆਉਂਦੇ ਹਨ। ਸਾਧੂ ਬੋਲੇ ਸਹਿਜ ਸੁਹਾਏ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ ਕੋਈ ਨਹੀਂ, ਅੱਜ ਆ ਜਾਣਗੇ। ਮਹਾਂਪੁਰਸ਼ ਆਪ ਦੱਸਦੇ, ਕਹਿੰਦੇ ਅਸੀਂ ਬੈਠੇ ਸੀ ਧਿਆਨ ਦੇ ਵਿੱਚ, ਇੱਕਦਮ ਕਹਿੰਦੇ ਖਿੱਚ ਪਈ ਅੰਦਰੋਂ, ਜਿਵੇਂ ਕੋਈ ਉਹਨਾਂ ਦਾ ਆਪਣਾ ਅਨੁਭਵ ਸੀ ਦੱਸਿਆ, ਸਾਨੂੰ ਤਾਂ ਦੱਸਣਾ ਵੀ ਨਹੀਂ ਆਉਂਦਾ, ਅਨੁਭਵ ਦਾ ਵਿਸ਼ਾ ਹੈ। ਪ੍ਰਤੀਕ ਧਿਆਨ ਜਿਹਦਾ ਤੁਸੀਂ ਧਿਆਨ ਧਰਦੇ ਉਹਦੇ ਗੁਣ ਵੀ ਆ ਜਾਂਦੇ ਹਨ। ਜਿਵੇਂ ਕੱਲ ਦੇ ਸਤਸੰਗ 'ਚ ਆਪਾਂ ਵਿਚਾਰ ਕੀਤੀ ਸੀ, ਜਿਹੜਾ ਘੋਗੜ ਬਣਿਆ ਸੀ ਉਹਦਾ ਕਿੱਥੇ ਗਿਆ ਸੀ ਧਿਆਨ? ਰੂਪੈ ਕਾਮੈ ਦੋਸਤੀ, ਰੂਪ ਤੇ ਧਿਆਨ ਗਿਆ। ਹੁਣ ਅੰਦਰ ਤਾਂ ਅਸਰ ਤਾਂ ਹੁੰਦਾ ਹੀ ਹੈ। ਹੁਣ ਉਹਦੀ ਆਪਸ ਵਿੱਚ ਦੋਸਤੀ ਹੈ ਤੇ ਇੱਕ ਕਰਮ ਕਰਨ ਲੱਗਿਆ, ਉਹ ਗੁਰਸਿੱਖ ਬੱਚੀ ਦਾ ਸਰਾਫ, ਤੇ ਉਹਦੇ ਕਰਕੇ 100 ਵਾਰੀ ਘੋਗੜ ਬਣਨਾ ਪਿਆ। ਹੈ ਤਾਂ ਧਿਆਨ ਹੀ ਹੈ ਨਾ। ਮਹਾਂਪੁਰਸ਼ ਇਸ ਵਿਸ਼ੇ ਤੇ ਇਸ ਤਰ੍ਹਾਂ ਦੇ ਨਾਲ ਸਮਝਾਉਂਦੇ ਹਨ, ਕਿਉਂਕਿ ਮੋਟੀ ਬਿਰਤੀ, ਮੋਟੀ ਸਾਡੀ ਸੁਰਤੀ ਬਿਰਤੀ ਐਸੀ ਹੈ ਕਿ ਸੂਖਸ਼ਮ ਵਾਰਤਾਲਾਪ ਨੂੰ ਸਮਝਣਾ ਬਹੁਤ ਔਖਾ ਹੁੰਦਾ, ਨਾਲ ਸਮਝਾਇਆ ਜਾਂਦਾ ਹੈ। ਕਿਉਂਕਿ ਦੇਖਣ ਨਾਲ 84% ਅਸਰ ਹੁੰਦਾ ਹੈ, 14% ਸੁਣਨ ਨਾਲ ਹੁੰਦਾ ਹੈ, 1% ਸਪਰਸ਼ ਨਾਲ ਹੁੰਦਾ ਹੈ, 1% ਸੁੰਘਣ ਨਾਲ ਨਾਸਕਾ ਰਾਹੀਂ ਹੁੰਦਾ ਹੈ। ਮੈਡੀਕਲ ਸਾਇੰਸ ਦੀ ਇਹ ਰਿਸਰਚ ਹੈ। ਇਸ ਤਰ੍ਹਾਂ ਦੇ ਨਾਲ ਅੰਦਰ ਸੰਸਕਾਰ ਬਣ ਜਾਂਦਾ ਹੈ ਜੇ ਪ੍ਰਤੀਕ ਧਿਆਨ। ਕਿਉਂਕਿ ਜੇ ਇਹੀ ਅੱਖਾਂ ਸਾਧੂ ਦੇ ਸਰੂਪ ਦਾ ਧਿਆਨ ਧਰਦੀਆਂ ਹਨ, ਉਧਰਲੇ ਪਾਸੋਂ ਧਿਆਨ ਹਟਾਉਂਦੀਆਂ ਹਨ, ਸਤਿਗੁਰੂ ਜੀ ਕਹਿੰਦੇ ਹਨ, ਦ੍ਰਿਸ਼ਟੀ ਵਿਕਾਰੀ ਬੰਧਨ ਬੰਦ ਹਉ ਤਿਸ ਕੇ ਬਲ ਜਾਈ। ਬੰਨ ਲਵੇ ਦ੍ਰਿਸ਼ਟੀ ਨੂੰ। ਜੇ ਦੂਜੇ ਪਾਸੇ ਦ੍ਰਿਸ਼ਟੀ ਜਾਵੇ ਵੀ, ਉਹ ਦ੍ਰਿਸ਼ਟੀ ਨੂੰ ਰੋਕੇ। ਅਸੀਂ ਤਾਂ ਹੋਰ ਬੰਧਨਾਂ 'ਚ ਪੈ ਕੇ ਚੱਕਰ 'ਚ ਪੈ ਜਾਂਦੇ ਹਾਂ। ਬੰਧਨ ਬੰਧ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਨੱਚਣ ਕੁੱਦਣ ਇਹਨਾਂ 'ਚ ਪੈ ਜਾਂਦੇ ਆ। ਪਰ ਜਦੋਂ ਉਹ ਧਿਆਨ 'ਚ ਹੁੰਦੇ ਨੇ, ਦੇਖੋ ਧਿਆਨ ਦੀ ਸ਼ਕਤੀ। ਜਿਹੜਾ ਹੁੰਦਾ ਕੱਛੂ ਪਾਣੀ 'ਚ ਦਾ ਰਹਿਣ ਵਾਲਾ ਹੈ, ਪਰ ਬਾਹਰ ਆ ਕੇ ਆਂਡੇ ਦੇ ਦਿੰਦੀ ਮਾਦਾ ਕੱਛੂ। ਹੁਣ ਜਦੋਂ ਨੇ ਖਿੱਚ ਪਾਉਣੀ ਹੈ, ਧਿਆਨ ਧਰਨਾ ਹੈ, ਉਧਰਲੇ ਪਾਸੇ ਨੂੰ ਬੱਚਾ ਆਂਡਿਆਂ ਚੋਂ ਨਿਕਲ ਕੇ ਪਾਣੀ ਵੱਲ ਨੂੰ ਚੱਲ ਪੈਂਦਾ, ਜਿੱਧਰ ਮਾਦਾ ਉਹਦੀ ਮਾਂ ਹੁੰਦੀ ਹੈ।
इसे तरह उड़े उड़े आवे सह कोसा, तिस पाछे बचरे शरिया, तिन कवन खिलावे कवन जगावे, मन में सिमरन करया। कूंजा हुण सियाल सैवेरिया हिमालया तो परे तो आउंदियां हन, बर्फानी पहाड़ां तो, ते एडी दूर 1200 मील अपने बच्चों नूं पालदियां ने। कहंदे उन्हां नूं कौन खिलाउंदा कौन जगाउंदा, पर वो की करदियां ने? सिमरन। इसे करके सिमरन कूंजवत, ध्यान कछूवत होवे। किड्डी शक्ति है। ये नहीं कि ध्यान साकार दा ध्यान सानू बन लो, बन्ने तो असीं बैठे हाँ, बंधना च पे होए हाँ। हुण पुत्तर दी आवाज़ सुनदी है, माँ दा ध्यान एकदम जाऊ ओदे सामने आ जाऊ, क्योंकि माँ दा हिरदय ऐसा हुंदा है। ये हुण इह चों निकलण वास्ते, क्योंकि माता दी वेवलेंथ इन्नी जुड़ी हुंदी है, बच्चे नूं दुख होवे ओदे हिरदे च पहला ये आ जांदा है कि मेरा बच्चा किसी मुसीबत दे विच है। माता कदे भी औगण नहीं देखती। माता दा गुण ही ऐसा है। कई बारी गलतियां करनियां महापुरुषां ने, ताड़ना करनी, पर मां वाला प्यार बीजी ने देना, ऐसा माता दा कुदरती सुभाव हुंदा है। माता याद ना रखदी औगण पुत्रां दे, गण पुत्रां दे, माता याद ना रखदी औगण पुत्रां दे, माता याद ना रखदी औगण पुत्रां माता चादना गण पुत्रां दे, माता याद ना रखदी औगण 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 पुत्रां दे। अपराध करते हैं जिसे माता, हुण उन्हें पता लग जाता है। इसे तरह दे नाल हुण सियाणी माता असीस देवेगी बीजी ने। हुण कदे महापुरुषां दे रूहानी जीवन दे विच रुकावट नहीं पाई, नाल साथ पूरा निभाया। जे महापुरुष राड़ा साहब रहन लगे, हुण क्योंकि महापुरुषां दी खिच ही ऐसी सी, ऐसा ध्यान कोई नहीं चाहता कि ये ओले हो जावे, भावें कि शरीर का संबंध थोड़े समय का हुंदा है, पर वो शरीर ही ऐसा कि उहदे ध्यान चाह चढ़िया रहिंदा। राड़ा साहब पक्के तौर पर रहना शुरू कर दिता। हुण प्रतीक ध्यान तो संपत ध्यान विच प्रवेश किया। संपत ध्यान दे विच हुण उन्हां दा ही रूप बन गए। कबीर चंदन का बिरबा भला, बेड़ो ढाक पलास, ओए पी चंदन होए रहे, बसे जो चंदन पास। ऐसा जीवन भी माता ने ही बख्शिया सी। महापुरुषां दी माता बहुत ही करनी कमाई दे मालक सन। शरीर इन्ना ताकतवर सी,
कि क्वांटल की बोरी नूं आराम नाल चुक के 6 बोरियां की ढंग के उत्ते ला देंदे सन। आपां तां हिला नहीं सकते, अज तां शरीर ऐसे हैं। जदों महापुरुषां कोल माता लैके राड़ा साहब जाती है, ये दूरों ही नमस्कार करके पिछे हट जाते ने, कहते हो गया, कहते नहीं कर डंडौत पुन बड़ा है, कहते वो पुन बहुत बड़ा हुंदा है, क्योंकि साधु हैं, कुर्सी ते विराजमान हैं। राड़ा साहब माता खिंच के लियाई, महापुरुषां दे नाल संबंध जोड़ दिता, ते अज इन्ना संबंध बन गया कि हुण उत्थे ही रहना शुरू कर दिता। 4 फुट मरबे टोए सन, उपर छपरी पाई सी, तप करते हैं। फिर बीजी भी आप जी दे जीवन साथी, महापुरुषां दे जीवन साथी राड़ा साहब ही चले जाते हैं कि मैं भी हुण इत्थे ही रहना, जिथे मेरा कंत है, मेरा परमेश्वर है, मेरा पति है, मैं भी इत्थे ही रहना। हुण माता ने, महापुरुषां दी माता दी ऐसी आशीर्वाद की सी कि इत्थे जदों राड़ा साहब रहणगे, महापुरुषां दी संगत करनगे, आ जिहड़ी गुरु रूप माता दी असीस है, ये प्रैक्टिकल रूप च इत्थे होवेगी। कि माता की असीस पूता, माता की माता की आशीष, निमख न बिसरो तुमको हर हर, सदा भजो जगदीश। पर हुण ए बीजी कहंदे मैं तां इत्थे ही रहना। राड़ा साहब महापुरुषां दा जीवन तप तितिक्षा वाला जीवन सी, क्योंकि उत्थे बेहंगम रहंदे रहे, बेहंगम किते न जाइए, तप करते सन। अस्थान की मर्यादा सी, 11 बजे तो पहला कोई विराजदा नहीं सी, 1 बजे तो बाद कोई सौंदा नहीं सी, नींद तंग ना करे। नहर ते गाडर सी, उस दे उत्ते बिठा लेंदे, जे विच डिग गया जाल लग्या सी, फिर ये नहीं सी कि कपड़े वस्त्र ठंड का समा है बदल के आजू, नहीं, कहते उसे तरह बैठे। इन्ना तप करवाउंदे सन। ये जे जिन्ने भी उत्थे मंडली आई, क्योंकि साधु कल्ले तां आउंदे नहीं हन, नाल सारी मंडली उतरदी है। जिवें इत्थे साधुआं दीयां हुण मंडलियां आउंदियां हन, हरिद्वार ऋषिकेश तो, इत्थे अपने नेड़े पंजौली बाबा करम सिंह जी हुंदे, उत्थे ये हुण भी मंडलियां आउंदियां हन। पर यह राड़ा साहब की जिहड़ी ऐसी मंडली तप तितिक्षा वाली सी, महापुरुष भी उस मंडली विच सन। बीजी भी कहंदे मैं भी इत्थे ही रहने, कहंदे तां फिर ठीक नहीं। हुण फिर आप भेजते हैं कि जाओ, बीजी कहंदे आओ, तो एक अमानत है तुहाडी। राड़ा साहब वाले महापुरुषां नूं कहण लगे कि मैं वापस कर देवांगी। आए जिथे जिथे भी परालव सी सिंध च, उत्थे भी बीजी पहुंचे। भोरे च बैठना सी, कहंदे एवें की करांगे, जिवें दर दरवेसी। हुण जिहड़ा हुंदा है दरवेश को जान सी, दर दरवेशी को जान सी, विरला को दरवेश। जे घर घर हंडे मंगदा, त्रिग जीवन
ਧ੍ਰਿਗ ਵੇਸ ਫਿਟਕਾਰ ਫਿੱਟੇ ਮੂੰਹ 100 ਵਾਰ। ਜੇ ਮੰਗਣ ਜਾਏ ਘਰ ਹੁੰਦੇ ਵਸ, ਜੇ ਮੰਗਣ ਜਾਈਏ ਲਾਜ ਲੋਨ ਹੋਏ ਮਰ ਜਾਈਏ। ਇਸੇ ਕਰਕੇ ਰਾੜਾ ਸਾਹਿਬ ਜਾਂ ਰਤਵਾੜਾ ਸਾਹਿਬ ਇਹ ਅਸੂਲ ਹਨ, ਅਸੂਲਾਂ ਤੇ ਹੀ ਸੰਪਰਦਾਵਾਂ ਚੱਲਦੀਆਂ ਹਨ ਕਿ ਕੋਈ ਡਿਮਾਂਡ ਨਹੀਂ ਰੱਖਣੀ। ਹੁਣ ਆਤਮ ਮਾਰਗ ਮੈਗਜ਼ੀਨ ਹੈ, ਇਹ ਬਾਬਾ ਰਾਮ ਸਿੰਘ ਜੀ ਆਏ ਵੀ ਬੀਜੀ ਨੇ ਸ਼ੁਰੂ ਕੀਤਾ ਸੀ ਵਿਸਾਖੀ 1995 ਨੂੰ। ਇਹ ਹਜ਼ਾਰਾਂ ਹੀ ਮੈਂਬਰ ਬਣਾ ਦਿੰਦੇ ਹਨ, ਪਰ ਡਿਮਾਂਡ ਤਾਂ ਕੋਈ ਨਹੀਂ। ਟਰਸਟ ਨੇ ਜੇ 300 ਰੁਪਇਆ ਮੈਂਬਰਸ਼ਿਪ ਰੱਖੀ ਹੈ, ਇਹੀ ਕਿਹਾ ਜਾਂਦਾ ਕਿ ਚਲੋ ਆਪਣਾ ਤਾਂ ਪਤਾ ਹੀ ਦੇ ਦਿਓ, ਕੋਈ ਗੱਲ ਨਹੀਂ, ਚਲੋ ਜੇ ਤੁਸੀਂ ਸੇਵਾ ਕਰਨੀ 100 ਰੁਪਇਆ ਤੀਜਾ ਹੀ ਹਿੱਸਾ ਸੇਵਾ ਕਰ ਦਿਓ। ਪਰ ਇਹ ਨਹੀਂ ਕਿ ਉਗਰਾਹੀ ਕਰਨੀ ਹੈ, ਮੰਗਣ ਜਾਣਾ ਹੈ। ਹੁਣ ਹਮ ਕਾਹੂ ਕੀ ਕਾਣ ਨਾ ਕੱਢਤੇ ਕੀ ਦਾਣਾ ਦਾਣਾ ਇਕੱਠਾ ਕਰਨਾ, ਕਿਉਂਕਿ ਇਹ ਤਾਂ ਸੰਪਰਦਾ ਰਾਜਾ ਜੋਗੀਆਂ ਦੀ ਹੈ। ਬੀਜੀ ਕਹਿੰਦੇ ਇਸ ਤਰ੍ਹਾਂ ਕਰਨ ਨਾਲੋਂ ਹੱਥ ਇਸ ਤਰ੍ਹਾਂ ਨਾਲ ਰਹੇ। ਹੁਣ ਇਸ ਤਰ੍ਹਾਂ ਦੇ ਨਾਲ ਕੀਤਾ ਜਦੋਂ ਮਹਾਪੁਰਸ਼ ਕਹਿੰਦੇ ਅਸੀਂ ਵੀ ਸਾਤੋਂ ਤੁਹਾਡੇ ਬੀਜੀ ਨੇ ਇਹ ਬਚਨ ਲੈ ਲਿਆ ਤੇ ਸਾਰੀ ਜ਼ਿੰਦਗੀ ਇਹ ਕਮਾਇਆ। ਹੁਣ ਐਸੇ ਪ੍ਰਵੀਨ ਮਹਾਪੁਰਸ਼, ਉਹਨਾਂ ਰਾੜਾ ਸਾਹਿਬ ਵਾਲਿਆਂ ਦਾ ਰੂਪ, ਤੇ ਫਿਰ ਜਦੋਂ ਯੂਪੀ ਗਏ ਉੱਥੇ ਫਿਰ ਖੇਤੀ ਵੀ ਕੀਤੀ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਫਿਰ ਰਾੜਾ ਸਾਹਿਬ ਵਾਲੇ ਮਹਾਪੁਰਸ਼ ਫਾਰਮ ਤੇ ਗਏ, ਕਹਿੰਦੇ ਅਸਲੀ ਫਕੀਰੀ ਤੇਰੀ ਹੈ, ਕਿਉਂਕਿ ਮਹਾਪੁਰਸ਼ ਉਸ ਅਹੰ ਗ੍ਰਹਿ ਧਿਆਨ, ਗੁਰਮੂਰਤ ਗੁਰ ਸ਼ਬਦ ਹੈ, ਸ਼ਬਦ ਹੈ ਧੁਨ, ਧੁਨ ਮੈਂ ਧਿਆਨ, ਧਿਆਨ ਮੈਂ गुरमुख अकथ कहानी। कैसी अकथ कहानी है, हर के सेवक जो हर पाए तिन की कथा नरारी रे। ऐसा अहंग्रह ध्यान तो एक ब्रह्म ज्ञान है, ओदे विच फिर ब्रह्म दिसै, ब्रह्म सुनिए, एक एक वखाणी है। ये आत्म मार्ग दा जिहड़ा ये एम है, वो ਹੁਣ ਜਿਹੜਾ ਸਿਧਾਂਤ ਹੈ ਇਹੀ ਹੈ ਕਿ ਇਸ ਪ੍ਰਵੇਸ਼ ਕਰਨਾ ਜਿੱਥੇ ਗੁਰਮੂਰਤ ਗੁਰਸ਼ਬਦ ਹੈ। ਹੁਣ ਉਹਦਾ ਪਤਾ ਨਹੀਂ ਲੱਗਦਾ, ਮਹਾਪੁਰਸ਼ਾਂ ਨੇ ਡੈਮੋ ਕੀਤਾ। ਇਸ ਕਰਕੇ ਹੁਣ ਸਮਾਂ ਨਹੀਂ, ਕਿਉਂਕਿ ਮਾਘ ਦਾ ਮਹੀਨਾ, ਕਈ ਜਗ੍ਹਾ ਜਾਣਾ ਵੀ ਪੈਂਦਾ ਹੈ। ਅਸੀਂ ਪਿੱਛੋਂ ਵੀ ਆਏ ਇੱਥੇ, ਤੁਹਾਨੂੰ ਸਤਸੰਗ ਕਿੰਨਾ ਲੰਬਾ ਸਮਾਂ ਹੋ ਗਿਆ ਬੈਠਿਆਂ ਨੂੰ। ਸੋ ਬਾਕੀ 2 ਸਤਸੰਗ ਹਨ, ਉਹਨਾਂ ਦੇ ਵਿੱਚ ਆਪਾਂ ਵਿਚਾਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਤਾਂ ਇੱਕ ਕੋਸ਼ਿਸ਼ ਹੀ ਹੈ ਕਰਨੀ, ਜਿਹੜੀ ਹੈ ਅਸਲ ਦੇ ਵਿੱਚ ਪ੍ਰੈਕਟੀਕਲ ਰੂਪ ਵਿੱਚ ਹੋਵੇ, ਕਿਉਂਕਿ ਉਹ ਮੰਜ਼ਿਲ ਦਰ ਮੰਜ਼ਿਲ, ਪੌੜੀ ਦਰ ਪੌੜੀ, ਇਤੇ ਰਾਹ। ਹੁਣ ਜਿਹੜੇ ਇਸ ਰਾਹ ਆਤਮ ਮਾਰਗ ਦੇ ਵਿੱਚ ਪੌੜੀਆਂ ਹਨ, ਇੱਕ ਬੀਬੀ ਨੇ डिग्री की PhD फिलोसफी की, डॉक्टरेट ਨੂੰ डॉक्टर कह देंगे हैं, क्योंकि ਉਹਦੇ ਵਿੱਚ रिसर्च करनी ਹੁੰਦੀ। महापुरुषों ने पौड़ियां बना के दस दित्तियां कि ਇਹ ਦੱਸਦੀ, ਇਹਦੇ ਤੇ ਤੈਨੂੰ PhD मिल गई वो बच्ची ਨੂੰ। सो इस तरह ਦੇ ਨਾਲ स्टैप बाय स्टैप ਇਹ ਚੱਲਣਾ ਹੁੰਦਾ है। ਇਹ सत्संग जिथे इस तरह ਦੇ ਨਾਲ लंबे रखे जाते हैं 5-5 दिन दे। हुण उत्थे सैन हो जे जिथे बाबा सतनाम सिंह जी निवास रखते हैं। पहली बारी असीं गए, 22 दिन एक जगह ते ही सत्संग होए, जिहड़ा उत्थे एक बहुत बड़ा स्थान है। हुण भी उत्थे उन्हां दी बरसी तो शुरू हो जाने 10 मार्च तक 15 दिन इक्को ही जगह ते सत्संग हुंदे ने, जिथे जग्यासु हन वो माहौल सिरज लेंदे हन कि कोई विचार लड़ीवार चले जो पूरी हो सके। दे नाल उन्हां दियां प्रैक्टिकल अवस्थावां नेड़ियों वेखियां हन ऐसे महापुरुषां दियां। सो जिन्हां दियां यादां आपां मनाउंदे हां। बहुत लंबी अकथ कथा है,
सुनते भी हाँ करते भी हाँ। इहदा फल किन्ना अगम अगाध पार ब्रह्म सोए, जो जो कहे समुक्ता होए। सुन मीता नानक बिनवंता, साध जना की अचरज कथा। हुण ये प्रतख नूं की प्रमाण दे सकते हैं? जो जो कहे, हुण जो कहता है सुनता है, सुनने वाले का तो दर्जा होर भी उच्चा कह दिता, सुनाउण वाला तो पवित्र, सुनने वाला पनीत। 100 वारी पवित्र पवित्र कहो पनीत, एक अखर किड्डा उच्चा दर्जा है सुनने का। सो धन तां योग हन जिहड़े इन्ना लंबा समा बैठ के, क्योंकि अभ्यास तो बिना बैठा नहीं जाता, बैठ के एक करते हैं। फिर निध आसन, फिर वो जदों एकांत मिलता कल्ले बैठते हैं, अमृत वेला बहुत सोहना हुंदा है। उस समय महापुरुषों की दर्शाई जुगत अनुसार अभ्यास हुंदा है। तुहाडे ते तां बहुत किरपा है, इत्थे तां ब्रह्म मुहूर्त विच ही महापुरुषों की आवाज़ आकाश बाणी वांगू सुनाई देंदी है। उस समय उठ के बैठ जाया करो। जदों महापुरुष कहंदे सीधे बैठो, सवास देखो अंदर नूं जांदा, वाहे बाहर नूं आउंदा गुरु। क्योंकि अमृत वेला है, बहुत जरूरी है, करया करो। किवें करना है ये आत्म मार्ग दसदा है। बाकी साडियां गल्लां दसियां तां भुल जांदियां हन। महापुरुष कहंदे तां किरपा हो गई, नहीं तो ये आत्म मार्ग ना हुंदा लिखत च नहीं सी आउणा। जो सानू बड़े महाराज जी ने किरपा कीती, वो ब्रह्म ज्ञान बख्शिया, वो ब्रह्म ज्ञान दे दाते महापुरुष कहंदे वो भुल ही जाना सी। चलो कहंदे समा आओ, कोई ना कोई इस रास्ते ते चलो। ये नहीं कि कोई घाट है, संगत दा अंत पारावार नहीं हुंदा। विच संगत हर प्रभ वसै जियो। सो तुसी इन्ना प्यार दा सबूत दिता, इन्ना समा बैठे, सो साधना भी करो। क्योंकि आप शब्द पढ़िया है, सुत अपराध करत है जेते, जननी चीत न राखस तेते। रमैया रामैया हूँ बारक तेरा, काहे न खंडस अवगुण मेरा। जे अत क्रोप आवी कमा है गुरसंगत। हुण बच्चा मां को गुस्से होके दौड़दा है, दौड़ जाता है, फिर आ जावे नेड़े, घर आ जावे, घर आया अम्मा जाया, तापी चीत न राख समाया। और चित रख दियो नहीं है। चिंत भवन मन परयो हमारा। साडा तो मन इस तरह नाल है जिवें जल सागर च गोते खा रहा है, सर खारा सगा। नाम बिना कैसे उतरस पारा। जदों तक सतसंग रूपी मां नहीं मिलती, बिन भागा सतसंग न लभे। सतसंगत कैसी जानी है जिथे एको नाम बखानी है, ये पता नहीं लगता। नाम बिना कैसे उतरस पारा। देह बिमल मत सदा शरीरा, सहज सहज गुण रवे कबीरा। हर का बलोवना बलोवो मेरे भाई, सहज बलोवो जैसे तत न जाई। आओ हुण जिहड़े नहीं हुण तक भी बोल सके, हुण जरूर बोलण दा यतन करो। सारे रल के बोलिया करो, ओदा आनंद ही होर हुंदा है। सो सारे हुण जरूर रसना पवित्र करियो। राम कली महला तीजा आनंद एक ओंकार सतगुर प्रसाद। आनंद पिया मेरी मां गुरु में पाया।
सुनो संतो उतरो से ओ खाजा मेरा आकारो आज अंत बहुत गारे भगवान गारे भगवान गारे भगवान गारे परम पाया से नाम से लागे पार परम सब आया रात नामत आया तन है तन है तन है गुरु नानक साहिब जी तन साहिब जी तन तन है गुरु हर तन है गुरु के बहादुर जी
ਵਾਹਿਗੁਰੂ ਜੀ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਧੰਨ। ਪੰਥ ਖਾਲਸਾ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ 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 ਤੂੰ ਠਾਕੁਰ ਤੂੰ ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਕਿਰਪਾ ਮਹਿਸੂਸ दोए का जोड़ करो अरदास मेरा ओंकार श्री वाहिगुरू जी की फतेह श्री भगवती सहाय वाहिगुरू भगवती की पातशाही दर्शनी प्रथम भगवती चरण रचना करें त्यारे तेरा अंदर करते अमरदास रामदास सहाय अर्जन हरि गोविंद नाम सिमरन प्रिय रड़ाए
श्री हरि कृष्ण की ध्याया जिसके साथ पिटाई श्री बहादुर सिमरिया कर नाम जावे ताए आप सहाय लक्ष्मी पातशाह सहज श्री गुरु गोबिंद सिंह जी महाराज साफ सहाय सहाय दसां पातशाहियां दी जागदी रूप धन धन सहब श्री गुरु ग्रंथ साहिब महाराज जी के पाठ दर्शन उपदेश जी का जानकर के खालसा जी का बुलना जी सतगुरां दे मन प्यारे चार साहिबजादे चाली मुक्ति हड्डियां जबियां दबिया जिन्हां नाम जपिया वंड की सिक्ख्या तेरी कलाई ते आवाज ते किरण कीता जिन्हां प्यारियां सत्यारियां दियां पाप कमाइयां दा ध्यान करके खालसा जी का बुलना जी जिन्हां चीर सिंगारियां करके चीर से बंद बंद कटाए टोकरियां राहियां चल चढ़िया की चढ़ी तन आलिया नाल चराई सिक्की कीता स्वार्थ समझवा कर्म नहीं हारिया आप जी भांडे मिठा मिठा करके बोलिया जिन्हां चीर सिंगारियां भुजिया की कमाई का ध्यान करके खालसा जी का बुलना जी पंजा तख्तां दरबार गुरुद्वारे धामां सरबरां संस्था महापुरुषां दियां पावन पवित्र कमाइयां का ध्यान करके खालसा जी का बुलना जी प्रथम सर्वत खालसा जी अरदास है जी सर्वत खालसा जी को वाहिगुरू 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 नाम चितावन चित आपका सबका सर्व सुख होवे जहाँ जहाँ खालसा जी साहिब तहाँ तहाँ रचा रियायत देव देव फतेह बिरद की काज पंथ की श्री साहिब जी पाए गुरु खालसा जी के गुण वाले बोलना गुरु पिता जी बख्शना से सिखान सिक्खी दान के दान महत दान बलीक दान नाम दान श्री अमृतसर साहिब जी दर्शन सरोवर स्नान चौंकियां झंडे मंगे जुगो जुग अकाल धर्म का जय जयकार खालसा जी का बुलना जी गुरु पिता जी आपके सिखा दा मारनी मां मातु जी मातल हाथ में रखे आप अकाल पुरख ही माणिया दे मान ताणिया दे ताण ड्यूटियां दी ओर कालूर जी गुरु पिता साहिब श्री गुरु ग्रंथ साहिब महाराज पातशाह जी ओर आप उन्होंने पावन चरना कमला पार सर्वात्म पावन मिल के अरदास बेनती जुड़ रही है सतगुरु सच्चे पातशाह जी ओर आप जी ने मूल लगे नवासी पैंपतियां संगतां दी तेज रहमत वरताई है सर्वात्म संगतां दे वल्लों करके उत्तम कीता गया सत पुरषां दे वल्लों पंज विजा सत संग परमात्मा दी बख्शिश हुई सतगुरु सच्चे पातशाह जी आप जी दी रहमत दे नाल इस पंडाल के तीसरे दीवान सजाए गए सजे हुए दीवाना के अंदर सत पुरषां दे वल्लों आप धर्म धर्म बरसाए हुए सतपुरुष धन धन संत महाराज जी परम सत्कार योग बीजी होना दी श्रीमती ने सब सतगुरु सच्चे पातशाह जी हरी जाता कीते गए आप दर घर दी सिफत सलाह की गई सतगुरु सच्चे पातशाह जी और सर्वत संगतां ने सतपुरुषां दी रचना तो जो उपदेश साधन कीते ने जीवन काल के अंदर कमाउण दी बाल बुद्ध समर्थ वाशे करनी सतगुरु सच्चे पातशाह जी रहंदियां परमात्मा दी निर्विघ्नताई तहत संपूर्ण करनी नगर के सुख बतानी सर्वत संतानियां कीतियां होइयां काल हमारा काल पाई पवनियां सतगुरु सच्चे पातशाह जी रहमत बरताना करो आप कीतियां बाकियां होइयां रास्तां वारतां दे विचों पंचमणी कड़ा प्रसादियां दिखना सजा करके हाजिर कीतियां परताक्षवाद के भोगा उसी प्रसाद सर्वत संगत जो जी सकन आप पवित्र नाम सतनाम श्री वाहिगुरू
स्वाद मन संस्कृति पातशाह जी आप जी बख्शियां या रास्ता वास्ता दे लंगर सर के हाजिर हुई परतक वास्ते भोगदाओ अनेक प्रकार को जन्मा की बहुत निष्ठाई कई काकसाल पुरुष विश्राम लाभ घर राई गोगे दी प्रसाद सर्वात्मन अतुट वासन रहम सबर सोना करो जानिया या कृतान पावन कनावा सहदी बख्श करो बख्शे तुम्हारी बासना दी ध्यान कर बचाने सिख पढ़ते सुनते सर्वत लाहे मनोहण धन गुरु नानक नाम चढ़दी कला तेरी बाणी सर्वत दात वाहिगुरू जी का खालसा वाहिगुरू जी की फतेह बोले जिन कर धन हर नामा परवान सफल तिना के कमा सज्जन सच्चा पातशाह सिर सांग साहो जिस पास बैठया सोहिए सबना सतनाम श्री वाहिगुरु साहिब जी सोरठ महला पंजा प्रभु की शरण सगल पहलाते दुख बिन से सुख पाया दयाल हुआ परम स्वामी पूरा सतगुर प्रभु की शरण सगल फैलाते दुख बिन से सुख पाया दयालु पार ब्रह्म स्वामी पूरा सतगुरु ध्याया प्रभु जियो तू मेरे साहिब दाता कर कृपा प्रभु दीन दयाल गुण गाऊं रंग रता सतगुर नाम निधान दृढ़ाया चिंता सगल विनाशी कर कृपा अपनों पर लीना मना वसया अविनाशी
सोऊ लागे जो सतगुर अपने राखे चरण कमल बसे हृदय अंतर अमृत हर रस चखे कर सेवा सेवक प्रभु अपने जिन मन की इच्छ पुजाई नानक दास तापै बलिहार जिन पूर्ण पैज रखाई कर सेवा सेवक प्रभु अपने जिन मन की इच्छ पुजाई नानक दास तापै बलिहार जिन पूर्ण पैज रखाई। वाहिगुरु जी का खालसा वाहिगुरु जी की फतेह। परम सत्कारयोग गुरु गोबिंद साध संगत जीओ फतेह बुलाओ। वाहिगुरु जी का खालसा वाहिगुरु जी की फतेह। बहुत ही प्यारा नगर पिंड सैंतपुर ਵੱਲੋਂ ਇਹ ਉਪਰਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਇਸ ਨਗਰ ਦੇ ਬਹੁਤ ਹੀ ਪਿਆਰੀ ਪੰਚਾਇਤ बैठी है। बहुत ही प्यारी रतवाड़ा साहब दी इन्हां दी चरण धूड़ इस नगर दे अंदर जिस नूं गंगा जमुना गोदावरी सरस्वती ते करै उदर धूड़ साधु की काई किलविक मैल भरे करे हमरे विच हमरी मैल साधु की धूड़ गवाई तीर्थ 68 मजन नाई। ये जो सत संगत की धूड़ पड़ी और नेत्री सब दुर्मत मैल गवाई। जदों आ दरिया झाड़ते हाँ साडे मित्रां दे विच साडे शरीर दे उत्ते आ चरण धूड़ दान महंडा तली कहार जे मेरा तां मस्तक लाई है इहनूं मस्तक दे नाल लाउंदे हाँ जिसके नाल साडी जन्मां जन्मांतरां दी जो मैल है किलविक मैल वो उतर जाती है। तो ये बहुत ही जो बड़ा उपराला है 5 दिन वास्ते साडा मन इस नगर के नाल बन्निया होया है। किन्ने दिन तो पहला तैयारियां चलदियां उदों तो ही हाजरी लगनी शुरू हो जाती है। गुरु घर के अंदर अपने कामां कारां नूं संकोचते हुए किन्ने इत्थे नौजवान सेवा निभा रहे हैं ते उस दे नाल साडा गुरु घर दे नाल मन बन्निया होया है। सो ये जो जिन्ने भी तीर्थ थापे गए हैं सारे साधुओं के चरण धूड़ दे नाल थापे गए हैं। भावें कितना ही महापुरखों का आप जी नाल प्यार है इन्हां दा नगर है ताई इन्ने लंबे सत्संग रखे जाते हैं। परम पूज्य सत्कारयोग वीर जी नूं समर्पित अज का यह समागम ते ये जो 5 दिन का समागम लगातार ही चल रहा है ते इस दे अंदर किन्ने ही प्रेमी पहुंच चुके हैं। कई इन्हां दे मन बन रहे हैं घरां दे विच बैठे हैं। सो भी जो 2 दिन रह गए हैं आप जी जरूर इस नगर के जो पतवंत हैं प्रेमी हैं उन्होंने चरणों में बेनती है कि जरूर ये जो रहा जो 2 दिन का सत्संग है आखिरी सत्संग रह गए हैं 2
ਉਹਨਾਂ ਦੇ ਅੰਦਰ ਆਪਾਂ ਮਿਲ ਕੇ ਅਰਦਾਸ ਕਰਨੀ ਹੈ ਕਿ ਗੁਰੂ ਮਹਾਰਾਜ ਆਉਣ ਵਾਲੇ ਵਿਘਨਾਂ ਤੋਂ ਸਾਨੂੰ ਨਾ ਹੱਥ ਦੇ ਕੇ ਰੱਖਣ ਤੇ ਸਾਡਾ ਜੋ ਜੀਵਨ ਹੈ ਉਹ ਡੰਗਰ ਮਾਲ ਸਾਰਾ ਹੀ ਸੁਖੀ ਬਸਾ ਮੋਹ ਪਰਿਵਾਰਾ ਸੇਵਕ ਸਿੱਖਿਆ ਕਰਤਾਰਾ ਸਾਰੇ ਹੀ ਸੰਸਾਰ ਇਹ ਜੋ ਨਗਰ ਹੈ ਸੁਖੀ ਬਸਦਾ ਰਹੇ। ਜੋ ਚਰਨ ਧੂੜ ਹੈ ਉਹ ਇਸ ਨਗਰ ਨੂੰ ਪ੍ਰਾਪਤ ਹੋ ਰਹੀ ਹੈ। ਬਚਨਾਂ ਦੀ ਧੂੜ ਜੋ ਮਹਾਂਪੁਰਖਾਂ ਤੋਂ ਮਿਲ ਰਹੀ ਹੈ ਉਹ ਵੀ ਜਿਵੇਂ ਆਤਮ ਮਾਰਗ ਦੇ ਬਾਰੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਹੈ ਕਰਦੇ ਹੀ ਰਹਿੰਦੇ ਹਨ। ਇਹ ਨਗਰ ਦੇ ਅੰਦਰ ਸਾਰੇ ਘਰਾਂ ਦੇ ਵਿੱਚ ਪਹੁੰਚਦਾ ਹੈ। ਸੋ ਇਹ ਗਿਫਟ ਨਵੇਂ ਸਾਲ ਦਾ ਹੋਰ ਵੀ ਅੱਗੇ ਜਿੱਥੋਂ ਜਿੱਥੋਂ ਇਸ ਨਗਰ ਦੇ ਨਾਲ ਸੰਬੰਧਿਤ ਹਨ ਰਿਸ਼ਤੇਦਾਰ ਸਾਥ ਸੰਬੰਧੀ ਉਹਨਾਂ ਦੇ ਐਡਰੈਸ ਜ਼ਰੂਰ ਲੈ ਕੇ ਆਓ ਤਾਂ ਜੋ ਤੁਹਾਡਾ ਉਹਦੇ ਅੰਦਰ ਵੀ ਆਤਮ ਮਾਰਗ ਜੋ ਗੁਰੂ ਸ਼ਬਦ ਲੰਗਰ ਹੈ ਬਿਨ ਸ਼ਬਦ ਹੈ ਜਗਤ ਬਾਵਨ ਜਿਵੇਂ ਆਪਾਂ ਦੌਰੇ ਜਿਹੇ ਹੋਏ ਫਿਰਦੇ ਹਾਂ ਇਹ ਸ਼ਬਦ ਤੋਂ ਬਗੈਰ ਹੀ ਹੈ। ਉਹ ਸ਼ਬਦ ਆਤਮ ਮਾਰਗ ਦੇ ਅੰਦਰ ਸਾਂਝ ਪਾ ਰਿਹਾ ਹੈ ਜਗਿਆਸੂਆਂ ਦੇ ਨਾਲ ਪੂਰੇ ਸੰਸਾਰ ਦੇ ਵਿੱਚ। ਜਿਹੜਾ ਕੋਈ ਜਗਿਆਸੂ ਬੈਠਾ ਹੈ ਬਿਰਲਾ ਬਿਰਲਾ ਉਹ ਹੈਨ ਬਿਰਲੇ ਨਹੀਂ ਕਰਨੇ ਫੈਲ ਫਕੜ ਸੰਸਾਰ ਜਿਨ੍ਹਾਂ ਦਾ ਪਿਆਰ ਵਾਹਿਗੁਰੂ ਜੀ ਦੇ ਨਾਲ ਹੈ ਉਹਨਾਂ ਨੂੰ ਇਹ ਆਤਮ ਮਾਰਗ ਬਹੁਤ ਸੋਹਣਾ ਲੱਗਦਾ ਹੈ। ਹਰ ਮਹੀਨੇ ਸੰਗਤਾਂ ਇਹਨੂੰ ਉਡੀਕਦੀਆਂ ਰਹਿੰਦੀਆਂ ਹਨ, ਟੈਲੀਫੋਨ ਆਉਂਦੇ ਰਹਿੰਦੇ ਹਨ ਕਿ ਪਹੁੰਚਿਆ ਨਹੀਂ। ਸੋ ਆਪ ਜੀ ਜ਼ਰੂਰ ਇੱਕ ਦੋ ਤਿੰਨ ਐਡਰੈਸ ਬਾਬਾ ਰਾਮ ਸਿੰਘ ਜੀ ਕੋਲ ਲਿਖਵਾਉਣ ਦੀ ਆਪਣੇ ਰਿਸ਼ਤੇਦਾਰ ਕਿੰਨੇ ਹੀ ਹੁੰਦੇ ਹਨ ਉਹਨਾਂ ਨੂੰ ਗਿਫਟ ਭੇਜੋ ਆਪਣੇ ਪੁੱਤੋਂ। ਸੋ ਆਓ ਜੋ ਭਾਈ ਰਾਮ ਸਿੰਘ ਜੀ ਆਪ ਜੀ ਨਾਲ ਬੱਚੇ ਦੇ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਤੁਹਾਡੇ ਸੰਗਤਾਂ ਦੇ ਲੈਣੇ ਹੱਥ ਜੋੜ ਕੇ ਬੇਨਤੀ ਹੈ। ਮਹਾਂਪੁਰਸ਼ਾਂ ਨੇ ਹੁਣੇ ਹੀ ਸਟੇਜ ਤੋਂ ਆਪ ਜੀ ਨੂੰ ਵਚਨ ਕੀਤਾ ਹੈ ਆਤਮਾਰ ਮੈਗਜ਼ੀਨ 13 ਮੈਗਜ਼ੀਨ ਅੱਜ ਹੀ ਇੱਥੇ ਲੱਗ ਚੁੱਕੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਤੁਹਾਡੇ ਘਰਾਂ ਦੇ ਅੰਦਰ ਤਾਂ ਲੱਗਿਆ ਹੀ ਹੈ। ਮੇਰੀ ਨਾ ਮਨ ਦੀ ਮੁਰਾਦ ਇਹ ਹੈ ਵੀ 5-5 ਐਡਰੈਸ ਜਿਹੜੇ 2 ਦਿਨ ਰਹਿੰਦੇ ਆ ਤੁਸੀਂ 5-5 ਐਡਰੈਸ ਜ਼ਰੂਰ ਲੈ ਕੇ ਆਓ ਆਪਣੇ ਰਿਸ਼ਤੇਦਾਰ ਸਾਕ ਸੰਬੰਧੀਆਂ ਦੇ। ਮਹਾਂਪੁਰਸ਼ ਬਾਰ-ਬਾਰ ਆਤਮ ਮਾਰਗ ਤੇ ਜ਼ੋਰ ਦਿੰਦੇ ਹਨ। ਆਪਾਂ ਨੂੰ ਸਮਝਣਾ ਚਾਹੀਦਾ ਹੈ ਇਹ ਕਿੰਨੀ ਵੱਡੀ ਸੇਵਾ ਹੈ। ਆਤਮ ਮਾਰਗ ਦੇ ਅੰਦਰ ਮਹਾਂਪੁਰਸ਼ਾਂ ਨੇ ਜਿੰਨੀਆਂ ਹੱਥ ਲਿਖਤ ਪੁਸਤਕਾਂ ਲਿਖੀਆਂ ਜਿਹੜੇ ਉਹਨਾਂ ਦੇ ਅੰਦਰ ਬਚਨ ਹਨ ਤੁਹਾਨੂੰ ਸੰਸਾਰ ਵਿੱਚੋਂ ਕਿਤੋਂ ਵੀ ਨਹੀਂ ਮਿਲਣਗੇ। ਇਸੇ ਕਰਕੇ ਮਹਾਂਪੁਰਸ਼ ਜਦੋਂ ਦੌਰਾ ਸਾਹਿਬ ਦੀ ਧਰਤੀ ਤੇ ਸਜਾਉਂਦੇ ਸਨ ਉਹ ਇਹ ਬਚਨ ਕਰਦੇ ਸਨ ਬਾਰ-ਬਾਰ ਕਹਿੰਦੇ ਤੁਹਾਨੂੰ ਸਾਧੂ ਨਹੀਂ ਮਿਲਣਾ, ਤੁਸੀਂ ਟੋਲਦੇ ਫਿਰਨਾ ਸਾਧੂ ਨਹੀਂ ਮਿਲਣਾ। ਉਹ ਸਾਧੂ ਵੀ ਦੇ ਕੇ ਗਏ ਹਨ। ਇਹ ਜੋ ਭਾਗਾਂ ਵਾਲੀ ਨਗਰੀ ਹੈ ਜਿਵੇਂ ਘੋੜ ਨੂੰ ਪੂਜਿਆ ਜਾਂਦਾ ਹੈ ਇਸ ਨਗਰੀ ਨੂੰ ਵੀ ਇਸੇ ਤਰ੍ਹਾਂ ਪੂਜਿਆ ਜਾ ਰਿਹਾ ਹੈ। ਤੇ ਨਾਲ ਹੀ ਜਿਹੜੇ ਆਤਮਾਰ ਮੈਗਜ਼ੀਨ ਦੇ ਬਚਨ ਹਨ ਉਹਨਾਂ ਨੂੰ ਸੰਭਾਲੀਏ। ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਅੱਜ ਵੀ ਲਿਖਾਓ ਜਿੰਨੇ ਐਡਰੈਸ ਲਿਖਾ ਸਕਦੇ ਨੇ। ਜਿਨ੍ਹਾਂ ਦੇ ਘਰ ਜਿਹੜੀਆਂ ਸੰਗਤਾਂ ਨਾਮ ਨਾਲ ਰੰਗੀਆਂ ਹੋਈਆਂ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਉਹਨਾਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਅੱਜ ਹੀ ਮੇਰੇ ਕੋਲ ਐਡਰੈਸ ਇੱਕ ਤਾਂ ਲਿਖਾ ਕੇ ਜਾਓ। ਕੱਲ ਔਰ ਪਰਸੋਂ ਨੂੰ 5-5 ਆਪਣੇ ਐਡਰੈਸ ਹੋਰ ਲਿਆਓ। ਇਸ ਨਗਰ ਦੀਆਂ ਬੱਚੀਆਂ ਵੀ ਇੱਥੋਂ ਵਿਆਹ ਕੇ ਕਿਤੇ ਗਈਆਂ ਹੋਣਗੀਆਂ ਤੇ ਕੁਝ ਇਸ ਨਗਰ ਦੇ ਅੰਦਰ ਬੱਚੀਆਂ ਵਿਆਹ ਕੇ ਆਈਆਂ ਹੋਣਗੀਆਂ ਇਸ ਸਮੇਂ ਦੇ ਦੌਰਾਨ। ਉਹਨਾਂ ਨੂੰ ਵੀ ਬੇਨਤੀ ਹੈ ਆਪਣੇ ਘਰਾਂ ਦੇ ਅੰਦਰ ਸੱਸ ਸਹੁਰਿਆਂ ਦੇ ਜਿੱਥੇ ਵੀ ਗਈਆਂ ਉੱਥੇ ਆਪਣੇ ਜ਼ਰੂਰ ਇੱਕ ਐਡਰੈਸ ਲਿਖਾ ਕੇ ਜਾਓ। ਫਿਰ ਤੁਹਾਡਾ ਜਿਹੜਾ ਇੱਥੇ ਆਣਾ ਉਹ ਸਫਲਾ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ